ਗੁੱਡ ਮਾਰਨਿੰਗ ਸਟੂਡੈਂਟ, ਆਈ ਹੋਪ ਕਿ ਤੁਸੀਂ ਵਧੀਆ ਹੋਵੋਗੇ। ਸੋ ਆਪਾਂ ਵੈਲਕਮ ਲਾਈਫ ਦੇ 6 ਚੈਪਟਰ ਕੰਪਲੀਟ ਕਰ ਰਹੇ ਸਨ। ਸੋ ਆਪਾਂ ਨੈਕਸਟ 7th ਚੈਪਟਰ 'ਤੇ ਆਏ ਹਾਂ, ਜਿਸ ਦਾ ਨਾਮ ਹੈ ਸਹਿਯੋਗ। ਕੀ ਮਤਲਬ ਹੈ ਬੱਚਿਓ ਸਹਿਯੋਗ ਦਾ? ਸਹਿਯੋਗ ਦਾ ਮਤਲਬ ਹੈ ਕਿਸੇ ਦਾ ਸਾਥ ਦੇਣਾ, ਕਿਸੇ ਦੀ ਮਦਦ ਕਰਨੀ। ਸਹਿਯੋਗ, ਮਦਦ ਕਰੋ, ਚੰਗੇ ਬਣੋ। ਕਹਾਣੀ ਕੁਛ ਸਮਝਾ ਰਹੇ ਆ, ਆਪਾਂ ਕਹਾਣੀ ਪੜ੍ਹਦੇ ਹਾਂ। ਇੱਕ ਪਿਤਾ ਨੇ ਆਪਣੇ 2 ਪੁੱਤਰਾਂ ਨੂੰ ਕਿਹਾ ਕਿ ਮੈਂ ਵੇਖਣਾ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਚੰਗਾ ਕਿਹੜਾ ਹੈ। ਇਸ ਕੰਮ ਲਈ ਮੈਂ ਤੁਹਾਨੂੰ 1 ਸਾਲ ਦਾ ਸਮਾਂ ਦਿੰਦਾ। ਇਸ ਸਾਲ ਦੌਰਾਨ ਤੁਸੀਂ ਚੰਗੇ ਕੰਮ ਕਰਨੇ ਆ। ਸਾਲ ਬਾਅਦ ਮੈਂ ਵੇਖਾਂਗਾ ਕਿ ਤੁਸੀਂ ਕਿਹੜੇ ਕੰਮ ਕੀਤੇ ਆ, ਵਧੀਆ ਕੰਮ ਕੀਤੇ ਆ। ਉਹਨਾਂ ਕੰਮਾਂ ਤੋਂ ਤੁਹਾਡੀ ਚੰਗਿਆਈ ਦਾ ਪਤਾ ਲੱਗੂਗਾ। ਦੋਵੇਂ ਪੁੱਤਰ ਆਪਣੇ ਪਿਤਾ ਤੋਂ ਆਗਿਆ ਲੈ ਕੇ ਆਪਣੇ ਕੰਮ ਕਰਨ ਲਈ ਤੁਰ ਪਏ। ਵੱਡੇ ਬੱਚੇ ਨੇ ਸੋਚਿਆ ਕਿ ਮੈਂ ਬਹੁਤ ਪੈਸਾ ਕਮਾਵਾਂਗਾ। ਮੇਰਾ ਕਮਾਇਆ ਪੈਸਾ ਵੇਖ ਕੇ ਪਿਤਾ ਜੀ ਬਹੁਤ ਖੁਸ਼ ਹੋਣਗੇ। ਉਹ ਮੇਰੇ ਭਰਾ ਤੋਂ ਚੰਗਾ ਹੋਣ ਦਾ ਖਿਤਾਬ ਦੇਣਗੇ। ਉਸਨੇ ਇੱਕ ਹੱਟੀ ਪਾ ਲਈ ਅਤੇ ਸ਼ਹਿਰੋਂ ਸਸਤਾ ਮਾਲ ਲਿਆ ਕੇ ਮਹਿੰਗੇ ਭਾਅ ਵੇਚਦਾ ਰਿਹਾ। 1 ਸਾਲ ਬਾਅਦ ਉਸਨੇ ਚੰਗਾ ਪੈਸਾ ਕਮਾ ਲਿਆ। ਛੋਟਾ ਬੇਟਾ ਖਾਲੀ ਹੱਥ ਜੰਗਲ ਨੂੰ ਤੁਰ ਪਿਆ। ਉਹ ਸ਼ਾਮ ਤੱਕ ਤੁਰਦਾ ਗਿਆ। ਰਸਤੇ ਵਿੱਚ ਉਸਨੂੰ ਇੱਕ ਬੁੱਢਾ ਅਤੇ ਬੁੱਢੀ ਮਿਲੇ। ਉਹ ਦੋਵੇਂ ਰੋ ਰਹੇ ਸਨ। ਬਾਬਾ ਜੀ, ਤੁਸੀਂ ਕਿਉਂ ਰੋ ਰਹੇ ਹੋ? ਪੁੱਛਦਾ ਛੋਟਾ। ਮੁੰਡੇ ਨੇ ਪਿਆਰ ਨਾਲ ਬੁੱਢੇ ਅਤੇ ਬੁੱਢੀ ਤੋਂ ਪੁੱਛਿਆ। ਉਹਨਾਂ ਨੇ ਜਵਾਬ ਦਿੱਤਾ, ਜ਼ਹਿਰੀਲੇ ਸੱਪ ਦੇ ਡਸਣ ਕਾਰਨ ਸਾਡੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਸਾਡਾ ਇੱਕੋ ਇੱਕ ਸਹਾਰਾ ਚਲਿਆ ਗਿਆ। ਹੁਣ ਅਸੀਂ ਭੁੱਖੇ ਮਰ ਜਾਵਾਂਗੇ। ਬੁੱਢੀ ਉੱਚੀ ਉੱਚੀ ਰੋਣ ਲੱਗ ਪਈ। ਬਾਬਾ ਜੀ, ਤੁਸੀਂ ਰੋਵੋ ਨਾ, ਮੈਨੂੰ ਆਪਣਾ ਹੀ ਪੁੱਤ ਸਮਝੋ, ਮੈਂ ਤੁਹਾਡੀ ਮਦਦ ਕਰਾਂਗਾ। ਉਹ ਮੁੰਡਾ ਬੁੱਢਾ ਬੁੱਢੀ ਨੂੰ ਉਹਨਾਂ ਦੇ ਘਰ ਲੈ ਗਿਆ। ਪੂਰਾ ਸਾਲ ਉਹ ਖੁਦ ਉਹਨਾਂ ਦੀ ਫਸਲ ਬਾੜੀ ਵੇਖਦਾ ਰਿਹਾ। ਜਦੋਂ ਫਸਲ ਪੱਕ ਗਈ ਤਾਂ ਉਹ ਦਾਣੇ ਕੱਢ ਕੇ ਉਹਨਾਂ ਦੇ ਘਰ ਸੁੱਟ ਦਿੱਤੇ। ਉਸ ਨੂੰ ਯਾਦ ਹੈ ਕਿ ਮੈਂ ਤਾਂ ਸਾਲ ਬਾਅਦ ਆਪਣੇ ਪਿਤਾ ਜੀ ਨੂੰ ਮਿਲਣਾ ਸੀ। ਉਹ ਬੁੱਢਾ ਬੁੱਢੀ ਨੂੰ ਅਗਲੀ ਫਸਲ ਬੀਜਣ ਤੱਕ ਮੁੜ ਆਉਣ ਦਾ ਕਹਿ ਕੇ ਆਪਣੇ ਪਿੰਡ ਵੱਲ ਚੱਲ ਪਿਆ। ਉਹਨਾਂ ਦੇ ਪਿਤਾ ਨੇ ਸ਼ਾਮ ਨੂੰ ਦੋਵਾਂ ਪੁੱਤਰਾਂ ਨੂੰ ਇਕੱਠੇ ਕਰਕੇ ਉਹਨਾਂ ਦੁਆਰਾ ਕੀਤੇ ਕੰਮਾਂ ਬਾਰੇ ਪੁੱਛਿਆ। ਵੱਡੇ ਪੁੱਤਰ ਨੇ ਦੱਸਿਆ ਕਿ ਮੈਂ ਦੁਕਾਨ ਪਾ ਲਈ ਹੈ ਅਤੇ ਉਹ ਬਹੁਤ ਸਾਰਾ ਪੈਸਾ ਕਮਾ ਰਿਹਾ। ਛੋਟੇ ਪੁੱਤਰ ਨੇ ਕਿਹਾ, ਪਿਤਾ ਜੀ, ਮੈਂ ਕੋਈ ਵੀ ਪੈਸਾ ਨਹੀਂ ਕਮਾਇਆ। ਮੈਨੂੰ ਰਾਸਤੇ ਵਿੱਚ ਇੱਕ ਬੁੱਢਾ ਬੁੱਢੀ ਰੋਂਦੇ ਮਿਲੇ। ਮੈਂ ਉਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਰੂਪ ਜਾਪੇ ਅਤੇ ਮੈਂ ਉਹਨਾਂ ਦੀ ਜਾਨ ਬਚਾ ਕੇ ਉਹਨਾਂ ਦੀਆਂ ਦੁਆਵਾਂ ਅਸੀਸਾਂ ਜ਼ਰੂਰ ਕਮਾ ਲਈਆਂ। ਪਿਤਾ ਜੀ ਛੋਟੇ ਤੋਂ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ, ਬੇਟਾ, ਪੈਸੇ ਤਾਂ ਸਾਰਾ ਹੀ ਜੱਗ ਕਮਾ ਸਕਦਾ, ਪਰ ਅਸਲ ਕਮਾਈ ਤਾਂ ਤੁਹਾਡੀ ਚੰਗਿਆਈ ਹੈ। ਛੋਟੇ ਨੇ ਚੰਗਾ ਕੰਮ ਕਰਕੇ ਜੋ ਜਸ ਖੱਟ ਲਿਆ। ਉਹ ਸਭ ਕਮਾਈਆਂ ਸਭ ਤੋਂ ਉੱਪਰ ਬੇਸ਼ਕੀਮਤੀ ਸੀ। ਇਸ ਤਰ੍ਹਾਂ ਛੋਟੇ ਕੋਲ ਵੱਡੇ ਨਾਲੋਂ ਵੱਧ ਚੰਗਿਆਈ ਹੈ। ਇਹ ਚੰਗਾ ਹੈ। ਫਿਰ ਪਿਤਾ ਜੀ ਨੇ ਵੱਡੇ ਦੇ ਸਿਰ ਉੱਪਰ ਹੱਥ ਰੱਖਦਿਆਂ ਕਿਹਾ, ਪੁੱਤਰ, ਤੁਸੀਂ ਵੀ ਆਪਣੇ ਛੋਟੇ ਭਰਾ ਵਾਂਗ ਚੰਗੇ ਕੰਮ ਕਰਨੇ ਹਨ। ਉਸ ਵਾਂਗ ਹੀ ਚੰਗਾ ਬਣ ਕੇ ਦਿਖਾਉਣਾ ਹੈ। ਸੋ ਬਹੁਤ ਵਧੀਆ ਕਹਾਣੀ ਹੈ ਬੱਚਿਓ। ਸੋ ਇਸ ਕਹਾਣੀ ਨਾਲ ਰਿਲੇਟਡ ਆਪਾਂ ਨੂੰ ਕੁਝ ਪ੍ਰਸ਼ਨ ਪੁੱਛੇ ਗਏ ਆ। ਤੁਸੀਂ ਕਹਾਣੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਣਾ ਅਤੇ ਖੁਦ ਉੱਤਰ ਦੇਣੇ ਬੱਚੇ ਤੁਸੀਂ। ਮੈਂ ਤੁਹਾਡੇ ਤੋਂ ਪਹਿਲਾ ਪ੍ਰਸ਼ਨ ਪੁੱਛਦਾ, ਪਿਤਾ ਜੀ ਨੇ ਆਪਣੇ ਬੱਚਿਆਂ ਦਾ ਕਿਸ ਗੱਲ ਦਾ ਇਮਤਿਹਾਨ ਲੈਣਾ ਚਾਹਿਆ? ਦੱਸੋ ਬੱਚਿਓ। ਇਹਦਾ ਕੀ ਆਨਸਰ ਹੈ? ਹਾਂਜੀ ਬੱਚੋ, ਬਿਲਕੁਲ ਸਹੀ ਹੈ। ਪਿਤਾ ਨੇ ਉਹਨਾਂ ਦੀ ਚੰਗਿਆਈ ਦਾ ਇਮਤਿਹਾਨ ਲੈਣਾ ਚਾਹਿਆ। ਚੰਗਿਆਈ ਦਾ ਇਮਤਿਹਾਨ ਲੈਣਾ ਚਾਹਿਆ ਕਿ ਇਹਨਾਂ ਵਿੱਚੋਂ ਕਿਹੜਾ ਚੰਗਾ ਹੈ। ਨੈਕਸਟ ਹੈ ਬੱਚੋ, ਵੱਡੇ ਬੇਟੇ ਨੇ ਕੀ ਕੰਮ ਕੀਤਾ? ਦੱਸੋ ਬੱਚੋ, ਵੱਡੇ ਬੇਟੇ ਨੇ ਕੀ ਕੰਮ ਕੀਤਾ ਸੀ? ਉਹਨਾਂ ਦੇ ਨੇ ਕਹਾਣੀ ਪੜ੍ਹੀ ਆਪਾਂ। ਹਾਂਜੀ ਬੱਚੋ, ਬਿਲਕੁਲ ਸਹੀ। ਵੱਡੇ ਬੇਟੇ ਨੇ ਦੁਕਾਨ ਪਾ ਲਈ। ਉਹ ਬਾਹਰੋਂ ਸਮਾਨ ਲਿਆ ਕੇ ਵੇਚਣ ਲੱਗਾ। ਉਸਨੇ ਦੁਕਾਨ ਪਾ ਲਈ ਸੀ। ਛੋਟੇ ਬੇਟੇ ਨੇ ਕੀ ਕੰਮ ਕੀਤਾ ਸੀ? ਬਿਲਕੁਲ ਸਹੀ ਬੱਚੋ। ਛੋਟੇ ਬੇਟੇ ਨੇ ਇੱਕ ਬੁੱਢਾ ਬੁੱਢੀ ਉਹਨਾਂ ਦੀ ਮਦਦ ਕੀਤੀ ਸੀ। ਉਹਨਾਂ ਨੂੰ ਆਪਣਾ ਮਾਂ ਪਿਓ ਸਮਝ ਕੇ ਉਹਨਾਂ ਦੀ ਸੇਵਾ ਕੀਤੀ। ਸਾਲ ਭਰ ਸੇਵਾ ਕਰਦਾ ਰਿਹਾ। ਉਸਨੇ ਇੱਕ ਚੰਗਾ ਇਨਸਾਨ ਬਣ ਕੇ ਦਿਖਾਇਆ ਅਤੇ ਉਹਨਾਂ ਤੋਂ ਅਸੀਸਾਂ ਲੈ ਲਈਆਂ।
ਦੁਆਵਾਂ ਲਈਆਂ। ਨੈਕਸਟ, ਪਿਤਾ ਜੀ ਨੂੰ ਕਿਸ ਬੇਟੇ ਦਾ ਕੰਮ ਪਸੰਦ ਆਇਆ ਅਤੇ ਕਿਉਂ? ਹਾਂਜੀ, ਬਿਲਕੁਲ ਸਹੀ। ਪਿਤਾ ਜੀ ਨੂੰ ਛੋਟੇ ਬੇਟੇ ਦਾ ਕੰਮ ਪਸੰਦ ਆਇਆ। ਕਿਉਂ ਪਸੰਦ ਆਇਆ, ਦੱਸੋ ਬੱਚਿਓ। ਬਿਲਕੁਲ ਸਹੀ ਬੱਚਿਓ। ਅਸਲ ਕਮਾਈ ਕੀ ਹੈ? ਕਿਸੇ ਦੀ ਮਦਦ ਕਰਨਾ, ਕਿਸੇ ਦਾ ਸਹਾਰਾ ਬਣਨਾ ਹੀ ਅਸਲ ਚੰਗਿਆਈ ਹੈ। ਇਸ ਕਰਕੇ ਪਿਤਾ ਜੀ ਨੇ ਛੋਟੇ ਬੱਚੇ ਨੂੰ ਸ਼ਾਬਾਸ਼ ਦਿੱਤੀ ਅਤੇ ਵੱਡੇ ਨੂੰ ਕਿਹਾ ਕਿ ਤੁਸੀਂ ਵੀ ਛੋਟੇ ਵਾਂਗ ਬਣੋ। ਸੋ ਬੱਚਿਓ, ਤੁਸੀਂ ਕਿਸ ਤਰ੍ਹਾਂ ਹੈਲਪ ਕਰਨੀ ਆ? ਜਿਹੜੇ ਵੱਡੇ ਬੱਚੇ ਆ, ਵੱਡੇ ਬੱਚੇ ਨੇ ਕੀ ਕਰਨਾ ਕਿ ਆਪਣੇ ਛੋਟੇ ਭੈਣ ਭਰਾਵਾਂ ਦੀਆਂ ਕਿਤਾਬਾਂ ਉੱਪਰ ਜਲਤਾਂ ਚੜ੍ਹਾਉਣੀਆਂ ਅਤੇ ਜੇ ਵੱਡੇ ਬੱਚਿਆਂ ਨੇ ਛੋਟੇ ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਦੀ ਮਦਦ ਕਰਨੀ। ਤੁਸੀਂ ਬੱਚੋ ਇਸੇ ਤਰ੍ਹਾਂ ਉਹਨਾਂ ਦੀ ਮਦਦ ਕਰਨੀ ਹੈ। ਠੀਕ ਹੈ ਬੱਚੋ। ਸੋ ਇਸੇ ਨਾਲ ਰਿਲੇਟਡ ਆਪਾਂ ਨੂੰ ਕੁਛ ਅੱਗੇ ਦੱਸਿਆ ਹੋਇਆ ਕਿ ਅਧਿਆਪਕ ਦੱਸ ਰਿਹਾ ਕਿ ਮੈਂ ਕਿਵੇਂ ਮਦਦ ਕਰਦਾ। ਪੜ੍ਹਦੇ ਆਪਾਂ। ਮੈਨੂੰ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦਿਆਂ 2-3 ਦਿਨ ਹੀ ਹੋਏ ਸਨ। ਹੁਣ ਸਰਦੀ ਦੀ ਰੁੱਤ ਅਲਵਿਦਾ ਆਖ ਰਹੀ ਸੀ। ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਅਤੇ ਦੁਬਾਰਾ ਠੰਡ ਹੋ ਗਈ। ਅਸੀਂ ਬਿਨਾਂ ਕੋਟੀਆਂ ਵਾਲੇ ਬੱਚੇ ਖੜ੍ਹੇ ਕਰ ਲਏ, ਜਿਹੜੇ ਬੱਚੇ ਕੋਟੀਆਂ ਨਹੀਂ ਪਾ ਕੇ ਆਏ ਸਨ। ਉਹ ਕੋਟੀਆਂ ਪਾ ਕੇ ਆਉਣ ਲਈ ਘਰ ਭੇਜ ਦਿੱਤੇ। 2 ਕੁੜੀਆਂ ਅਜੇ ਵੀ ਖੜ੍ਹੀਆਂ ਸਨ। ਬੇਟਾ, ਤੁਸੀਂ ਵੀ ਘਰ ਜਾ ਕੇ ਕੋਟੀਆਂ ਪਾਓ। ਮੈਂ ਕਿਹਾ, ਸਾਡੇ ਕੋਲ ਹੈ ਹੀ ਨਹੀਂ ਸਰ ਜੀ ਕੋਟੀਆਂ। ਕੋਈ ਗੱਲ ਨਹੀਂ, ਜੇ ਵਰਦੀ ਵਾਲੀ ਨਹੀਂ ਤਾਂ ਕੋਈ ਹੋਰ ਪਾਓ। ਮੈਂ ਕਿਹਾ, ਸਾਡੇ ਕੋਲ ਤਾਂ ਕੋਈ ਵੀ ਨਹੀਂ। ਦੋਵਾਂ ਵਿੱਚੋਂ ਇੱਕ ਕੁੜੀ ਬੋਲੀ, ਬੇਟਾ ਤੁਸੀਂ ਸਾਰਾ ਸਾਲ ਇਸੇ ਤਰ੍ਹਾਂ ਆਉਂਦੀਆਂ ਰਹੀਆਂ। ਉਹਨਾਂ ਕੁੜੀਆਂ ਵੱਡੇ ਸਾਲਾਂ ਦੀਆਂ ਬੁੱਕਲਾਂ ਇਸ ਤਰ੍ਹਾਂ ਮਾਰ ਲੈਂਦੀਆਂ ਸਨ ਕਿ ਹੇਠੋਂ ਇਹ ਇੰਝ ਨਜ਼ਰ ਆਉਂਦਾ ਸੀ ਕਿ ਕੋਟੀ ਪਾਈ ਹੋਈ ਹੈ ਤਾਂ ਜਾਂ ਨਹੀਂ। ਉਹਨਾਂ ਬੱਚਿਆਂ ਨੇ ਨੀਵੀਂ ਪਾ ਲਈ। ਮੈਂ ਫਿਰ ਪੁੱਛਿਆ, ਬੇਟਾ ਤੁਸੀਂ ਸਾਰਾ ਸਾਲ ਇੰਝ ਹੀ ਕੱਢ ਦਿੱਤਾ, ਪਹਿਲਾਂ ਕਿਉਂ ਨਹੀਂ ਦੱਸਿਆ? ਮੇਰਾ ਮਨ ਦੁਖੀ ਹੋਇਆ। ਅਗਲੇ ਦਿਨ ਮੈਂ ਉਹਨਾਂ ਕੁੜੀਆਂ ਨੂੰ ਸਭ ਤੋਂ ਸੋਹਣੀਆਂ 2 ਕੋਟੀਆਂ ਲਿਆ ਕੇ ਦਿੱਤੀਆਂ। ਕੁੜੀਆਂ ਨੂੰ ਦਫ਼ਤਰ ਬੁਲਾ ਲਿਆ ਅਤੇ ਕਿਹਾ, ਲਓ ਪੁੱਤਰ, ਹੁਣ ਮੈਂ ਤੁਹਾਡੇ ਲਈ ਸਭ ਤੋਂ ਸੋਹਣੀਆਂ ਕੋਟੀਆਂ ਲਿਆ ਕੇ ਦਿੱਤੀਆਂ ਨੇ। ਇਸ ਦੇ ਬਦਲੇ ਤੁਸੀਂ ਮੇਰੇ ਲਈ, ਆਪਣੇ ਲਈ ਅਤੇ ਆਪਣੇ ਘਰਦਿਆਂ ਲਈ ਸਭ ਤੋਂ ਸੋਹਣੇ ਨੰਬਰ ਲੈਣ ਦੀ ਕੋਸ਼ਿਸ਼ ਕਰਨੀ ਹੈ। ਬੱਚੋ, ਬਹੁਤ ਵਧੀਆ ਉਪਰਾਲਾ ਕੀਤਾ, ਮਦਦ ਕੀਤੀ ਅਧਿਆਪਕ ਸਾਹਿਬਾਨ ਨੇ ਉਹਨਾਂ ਦੀ। ਬੱਚੋ, ਆਪਣਾ ਵੀ ਇਸੇ ਤਰ੍ਹਾਂ ਸਭ ਦੀ ਮਦਦ ਕਰਨੀ ਚਾਹੀਦੀ ਹੈ। ਸੋ ਇਸ ਨਾਲ ਰਿਲੇਟਡ ਆਪਣੇ ਤੋਂ ਕੁਝ ਕੁਐਸਚਨ ਪੁੱਛੇ ਗਏ ਆ। ਕਦੀ ਤੁਸੀਂ ਕਿਸੇ ਦੀ ਮਦਦ ਕੀਤੀ ਹੈ? ਦੱਸੋ ਬੱਚੋ। ਇਹਨਾਂ ਦੇ ਤੁਸੀਂ ਆਨਸਰ ਆਪਣੀ ਖੁਦ ਦੇਣੇ ਆ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਕਰੀ ਹੈ ਤਾਂ ਉਸ ਦਾ ਵਿੱਚ ਆਨਸਰ ਦੇਣਾ। ਨੈਕਸਟ ਪੁੱਛਿਆ ਗਿਆ, ਬੱਚੋ ਤੁਹਾਡੇ ਦੁਆਰਾ ਕਿਸੇ ਦੀ ਵੀ ਕੀਤੀ ਗਈ ਕੋਈ ਇੱਕ ਮਦਦ ਦੱਸੋ। ਦੱਸੋ ਬੱਚੋ। ਇਹ ਆਨਸਰ ਵੀ ਤੁਸੀਂ ਖੁਦ ਦੇਣਾ ਕਿ ਤੁਸੀਂ ਕਿਸੇ ਦੀ ਕਦੇ ਕਿਸ ਤਰ੍ਹਾਂ ਮਦਦ ਕੀਤੀ ਸੀ। ਜਿਸ ਤਰ੍ਹਾਂ ਅਧਿਆਪਕ ਨੇ ਮਦਦ ਕੀਤੀ ਸੀ ਨਾ ਬੱਚੋਂ, ਅਤੇ ਉੱਪਰ ਕਹਾਣੀ ਵਿੱਚ ਮਦਦ ਕਰੀ ਸੀ ਉਸ ਛੋਟੇ ਭਰਾ ਨੇ, ਉਸਦੇ ਨੇ ਕਿ ਬੁੱਢੀ ਦਾ ਸਹਾਰਾ ਬਣਿਆ ਸੀ। ਇਸ ਕਹਾਣੀ ਵਿੱਚ ਅਧਿਆਪਕ ਨੇ ਮਦਦ ਕੀਤੀ ਸੀ ਕਿ ਉਹਨਾਂ ਬੇਟੀਆਂ ਨੂੰ ਕੋਟੀਆਂ ਲਿਆ ਕੇ ਦਿੱਤੀਆਂ। ਕਿ ਤੁਸੀਂ ਵੀ ਇਸ ਤਰ੍ਹਾਂ ਕਿਸੇ ਦੀ ਮਦਦ ਕੀਤੀ ਹੈ, ਉਹ ਤੁਸੀਂ ਆਪਣਾ ਆਨਸਰ ਲਿਖਣਾ ਹੈ। ਨੈਕਸਟ ਪੁੱਛਿਆ ਗਿਆ ਹੈ, ਤੁਸੀਂ ਸਹਿਯੋਗ ਕਿਵੇਂ ਕਰੋਗੇ? ਮਤਲਬ ਤੁਸੀਂ ਕਿਸੇ ਦੀ ਅਗਰ ਲੋੜ ਪੈ ਜਾਵੇ ਕਿਵੇਂ ਸਹਾਇਤਾ ਕਰੋਗੇ। ਇਹਦਾ ਆਨਸਰ ਤੁਸੀਂ ਖੁਦ ਦੇਣਾ। ਇਹਨਾਂ ਤਸਵੀਰਾਂ ਨਹੀਂ ਨੀਚੇ ਪੁੱਛਿਆ ਗਿਆ, ਕਿਵੇਂ ਆਪਾਂ ਸਹਿਯੋਗ ਕਰਾਂਗੇ? ਕਿਸੇ ਡਿੱਗੇ ਨੂੰ ਉਠਾਵਾਂਗੇ ਕਿ ਜਾਂ ਉਸਨੂੰ ਡਿੱਗਾ ਰਹਿਣ ਦੇਵਾਂਗੇ। ਆਪਾਂ ਨੂੰ ਤਸਵੀਰਾਂ ਨਹੀਂ ਦਿਖਾਇਆ ਗਿਆ ਬੱਚੋਂ ਕਿ ਆਪਾਂ ਨੂੰ ਕਿਸ ਤਰ੍ਹਾਂ ਕਿਸੇ ਦਾ ਸਹਿਯੋਗ ਕਰਾਂਗੇ। ਛੋਟਿਆਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ, ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਜੋ ਵੀ ਆਪਣੇ ਤੋਂ ਬਣਦਾ ਸਰਦਾ ਬੱਚੋਂ ਆਪਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸੋ ਬੱਚੋਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ ਕਿ ਆਪਾਂ ਕਿਸ ਤਰ੍ਹਾਂ ਕਿਸੇ ਦਾ ਸਹਿਯੋਗ, ਉਸ ਦੀ ਮਦਦ ਕਰ ਸਕਦੇ ਹਾਂ। ਪਹਿਲੀ ਤਸਵੀਰ ਵਿੱਚ ਸਮਝਾਇਆ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਕਿ ਹੈ ਨਾ ਬੱਚੋਂ, ਇਕੱਠੇ ਖੇਡ ਰਹੇ ਆ, ਉਹ ਉਹਦੀ ਮਦਦ ਕਰ ਰਿਹਾ, ਉਸ ਕੋਲ ਚੀਜ਼ ਨਹੀਂ ਹੈ ਉਸਨੂੰ ਚੀਜ਼ ਦੇ ਰਿਹਾ, ਅਤੇ ਦੂਸਰੇ ਵਿੱਚ ਉਹ ਡਿੱਗ ਪਿਆ ਹੈ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੀਸਰੇ ਵਿੱਚ ਆਪਣੇ ਛੋਟੇ ਨੂੰ ਉਹ ਸੜਕ ਪਾਰ ਕਰ ਰਹੇ ਹਨ। ਚੌਥੇ ਵਿੱਚ ਉਹ ਬਜ਼ੁਰਗ ਦੀ ਸੇਵਾ ਕਰ ਰਹੇ ਆ। ਸੋ ਇਸ ਤਰ੍ਹਾਂ ਬੱਚੋਂ ਆਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ
ਹੈਲਪ ਕਰਨੀ ਚਾਹੀਦੀ ਹੈ। ਸੋ ਨੈਕਸਟ ਬੱਚਿਓ ਇਸੇ ਨਾਲ ਰਿਲੇਟਡ ਆਪਾਂ ਨੂੰ ਇੱਕ ਕਵਿਤਾ ਇਸੇ ਲੈਸਨ ਵਿੱਚ ਆਪਾਂ ਉਹ ਪੜ੍ਹਾਂਗੇ। ਮੰਮੀ ਰੋਟੀ ਬਣਾਉਂਦੀ ਹੈ, ਭਾਂਡੇ ਮੈਂ ਫੜਾਉਂਦਾ ਹਾਂ। ਡੈਡੀ ਕੰਮ ਤੋਂ ਆਉਂਦੇ ਨੇ, ਪਾਣੀ ਮੈਂ ਲਿਆਉਂਦਾ ਹਾਂ। ਪਾਪਾ ਖੁਸ਼ ਹੋ ਜਾਂਦੇ ਨੇ, ਫਿਰ ਕੰਧੜੇ 'ਤੇ ਚੜ੍ਹਦਾ ਹਾਂ। ਮੈਂ ਇੰਝ ਸੰਜੋਗ ਕਰਦਾ ਹਾਂ। ਦਾਦਾ ਜੀ ਨੇ ਕਿਤੇ ਜਾਣਾ ਹੋਵੇ, ਸਿਰ ਵਿੱਚ ਤੇਲ ਲਗਾਉਣਾ ਹੋਵੇ। ਨਵਾਂ ਸੂਟ ਕੋਈ ਪਾਉਣਾ ਹੋਵੇ, ਮੈਂ ਲਿਆ ਕੇ ਕੋਲੇ ਧਰਦਾ ਹਾਂ। ਮੈਂ ਇੰਝ ਸੰਜੋਗ ਕਰਦਾ ਹਾਂ। ਅਧਿਆਪਕ ਨੇ ਕੁਛ ਸਿਖਾਉਣਾ ਹੋਵੇ, ਸਾਨੂੰ ਪੜ੍ਹਨੇ ਪਾਉਣਾ ਹੋਵੇ, ਕੰਮ ਚੈੱਕ ਕਰਵਾਉਣਾ ਹੋਵੇ ਜਾਂ ਪੜ੍ਹ ਕੇ ਕੁਝ ਸੁਣਾਉਣਾ ਹੋਵੇ, ਮੈਂ ਉੱਚੀ ਉੱਚੀ ਪੜ੍ਹਦਾ ਹਾਂ। ਮੈਂ ਇੰਝ ਸਹਿਯੋਗ ਕਰਦਾ ਹਾਂ। ਮਤਲਬ ਸਾਰੀ ਕਹਾਣੀ ਵਿੱਚ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਮਾਤਾ ਪਿਤਾ ਦੀ, ਵੱਡਿਆਂ ਦੀ, ਅਧਿਆਪਕ ਦੀ ਕਿਸ ਤਰ੍ਹਾਂ ਮਦਦ ਕਰਦੇ ਆ। ਕੀ ਕਹਿੰਦੇ ਨੇ, ਮੈਂ ਜਦੋਂ ਮੰਮੀ ਰੋਟੀ ਬਣਾਉਂਦੇ ਆ, ਮੈਂ ਉਹਨਾਂ ਨੂੰ ਭੱਜ ਕੇ ਭਾਂਡੇ ਫੜਾ ਦਿੰਦਾ ਹਾਂ। ਜਦੋਂ ਡੈਡੀ ਕੰਮ ਤੋਂ ਆਉਂਦਾ ਹਾਂ, ਮੈਂ ਉਹਨਾਂ ਨੂੰ ਪਾਣੀ ਪੀਣ ਲਈ ਦਿੰਦਾ ਹਾਂ ਅਤੇ ਡੈਡੀ ਮੈਨੂੰ ਖੁਸ਼ ਹੋ ਕੇ ਆਪਣੇ ਕੰਧਿਆਂ 'ਤੇ ਬਿਠਾ ਲੈਂਦੇ ਹਨ। ਮੈਂ ਉਹਨਾਂ ਦੀ ਮਦਦ ਕਰਦਾ ਹਾਂ। ਅਗਰ ਜੇ ਦਾਦਾ ਜੀ ਨੇ ਕਿਤੇ ਜਾਣਾ ਹੋਵੇ ਤਾਂ ਮੈਂ ਉਹਨਾਂ ਨੂੰ ਸਿਰ ਵਿੱਚ ਤੇਲ ਲਗਾਉਂਦਾ ਹਾਂ, ਉਹਨਾਂ ਨੂੰ ਨਵਾਂ ਸੂਟ ਫੜਾਉਂਦਾ ਹਾਂ ਅਤੇ ਉਹਨਾਂ ਦੀ ਮੈਂ ਇਸ ਤਰ੍ਹਾਂ ਮਦਦ ਕਰਦਾ ਹਾਂ। ਅਗਰ ਜੇ ਅਧਿਆਪਕ ਨੇ ਕੁਛ ਪੜ੍ਹਾਉਣਾ ਹੋਵੇ ਤਾਂ ਮੈਂ ਕੀ ਕਰਦਾ ਹਾਂ, ਜਾ ਕੇ ਉੱਚੀ ਉਹਨਾਂ ਦੀ ਮਦਦ ਕਰਦਾ ਹਾਂ ਅਤੇ ਜੋ ਕੰਮ ਦੱਸਦੇ ਆ ਉਹ ਕਰਕੇ ਆਉਂਦਾ ਹਾਂ। ਅਤੇ ਜਾਂ ਪੜ੍ਹ ਕੇ ਇਹ ਕੁਛ ਸੁਣਾਉਣਾ ਹੋਵੇ, ਮੈਂ ਉੱਚੀ ਉੱਚੀ ਪੜ੍ਹ ਕੇ ਸੁਣਾਉਂਦਾ ਹਾਂ। ਮੈਂ ਇਸ ਤਰ੍ਹਾਂ ਮਦਦ ਕਰਦਾ ਹਾਂ। ਇਸ ਤਰ੍ਹਾਂ ਬੱਚਿਓ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ। ਸੋ ਲਾਸਟ ਆਪਣੀ ਰਹਿ ਗਿਆ ਸੀ ਥੋੜ੍ਹਾ ਜਿਹਾ, ਘਰ ਦਾ ਹੋਵੇ ਬੇਗਾਨਾ ਹੋਵੇ, ਘਰ ਦਾ ਹੋਵੇ ਜਾਂ ਕੋਈ ਬੇਗਾਨਾ ਹੋਵੇ, ਚਾਚਾ ਮਾਮਾ ਤਾਇਆ ਜੋ ਵੀ ਹੋਵੇ, ਮੈਂ ਗੱਲ ਕਿਸੇ ਦੀ ਮੋੜਾ ਨਾ, ਕਿਸੇ ਦਾ ਦਿਲ ਵੀ ਤੋੜਾ ਨਾ। ਵੀ ਮਤਲਬ ਮੈਂ ਕਿਸੇ ਦੀ ਗੱਲ ਮੋੜਾ ਨਾ, ਮੈਂ ਸਭ ਦੀ ਮਦਦ ਕਰਾਂ। ਜੋ ਰਾਹ ਦੱਸਿਆ ਹੈ ਗੁਰੂਆਂ ਨੇ, ਮੈਂ ਪੌੜੀ ਪੌੜੀ ਚੜ੍ਹਦਾ ਹਾਂ। ਮੈਂ ਇੰਝ ਸੰਜੋਗ ਕਰਦਾ। ਜੋ ਗੁਰੂਆਂ ਪੀਰਾਂ ਨੇ ਰਾਹ ਦੱਸਿਆ ਕਿ ਆਪਾਂ ਨੂੰ ਸਭ ਦੀ ਮਦਦ ਕਰਦੀ ਹੈ, ਮੈਂ ਉਹਨਾਂ ਦੀ ਪੌੜੀ ਪੌੜੀ ਚੜ੍ਹਦਾ, ਮਤਲਬ ਉਹਨਾਂ ਦੀਆਂ ਗੱਲਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਸਭ ਦਾ ਸੰਜੋਗ ਕਰਦਾ ਹਾਂ। ਸੋ ਇਸੇ ਨਾਲ ਰਿਲੇਟਡ ਬੱਚਿਓ ਆਪਾਂ ਨੂੰ ਕੁਛ ਕੁਐਸਚਨ ਪੁੱਛੇ ਗਏ ਆ। ਬੱਚਾ ਘਰ ਵਿੱਚ ਕਿਵੇਂ ਸੰਜੋਗ ਕਰਦਾ ਹੈ? ਦੱਸੋ ਬੱਚੇ, ਇਹਦਾ ਕੀ ਆਨਸਰ ਹੈ? ਬੱਚਾ ਘਰ ਵਿੱਚ ਕਿਵੇਂ ਸੰਜੋਗ ਕਰਦਾ ਹੈ? ਬਿਲਕੁਲ ਸਹੀ ਬੱਚਿਓ। ਬੱਚਾ ਘਰ ਵਿੱਚ ਜਦੋਂ ਉਹਨਾਂ ਦੀ ਮੰਮਾ ਰੋਟੀ ਬਣਾਉਂਦੇ, ਉਹਨਾਂ ਨੂੰ ਭਾਂਡੇ ਚੱਕ ਕੇ ਫੜਾਉਂਦਾ ਹੈ। ਜਦੋਂ ਡੈਡੀ ਆਉਂਦੇ ਆ, ਉਹਨਾਂ ਨੂੰ ਪਾਣੀ ਦਾ ਗਲਾਸ ਫੜਾਉਂਦਾ ਹੈ। ਇਸ ਤਰ੍ਹਾਂ ਘਰ ਵਿੱਚ ਸੰਜੋਗ ਕਰਦਾ ਹੈ। ਨੈਕਸਟ ਪੁੱਛਿਆ ਗਿਆ, ਬੱਚਾ ਸਕੂਲ ਵਿੱਚ ਕਿਵੇਂ ਸੰਜੋਗ ਕਰਦਾ ਹੈ? ਦੱਸੋ ਬੱਚਿਓ। ਹਾਂਜੀ ਬਿਲਕੁਲ ਸਹੀ। ਬੱਚਾ ਸਕੂਲ ਵਿੱਚ ਕਿਵੇਂ ਸੰਜੋਗ ਕਰਦਾ ਹੈ? ਜੋ ਉਹਨਾਂ ਦੇ ਸਰ ਕੰਮ ਦੱਸਦੇ ਆ, ਉਹ ਭੱਜ ਕੇ ਕੰਮ ਚੈੱਕ ਕਰਵਾਉਂਦਾ ਹੈ ਅਤੇ ਜੋ ਪੜ੍ਹਨ ਨੂੰ ਕਹਿੰਦੇ ਆ, ਉਹ ਉੱਚੀ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਂਦਾ ਹੈ। ਨੈਕਸਟ ਪੁੱਛਿਆ ਗਿਆ, ਉਹ ਦਾਦਾ ਜੀ ਦੀ ਕਿਵੇਂ ਸੇਵਾ ਕਰਦਾ ਹੈ? ਹਾਂਜੀ ਬੱਚਿਓ, ਉਹ ਦਾਦਾ ਜੀ ਸੇਵਾ ਕਰਦਾ ਹੈ ਜਦੋਂ ਉਹਨਾਂ ਨੇ ਕਿਤੇ ਜਾਣਾ ਹੋਵੇ, ਉਹਨਾਂ ਨੂੰ ਭੱਜ ਕੇ ਕੱਪੜੇ ਫੜਾਉਂਦਾ ਹੈ, ਉਹਨਾਂ ਦੀ ਸਿਰ 'ਤੇ ਤੇਲ ਵਗੈਰਾ ਲਗਾਉਂਦਾ ਹੈ। ਉਹ ਇੰਝ ਆਪਣੇ ਦਾਦਾ ਜੀ ਦੀ ਸੇਵਾ ਕਰਦਾ ਹੈ। ਨੰਬਰ 4, ਉਹ ਸਿਰਫ ਘਰ ਵਾਲਿਆਂ ਦਾ ਹੀ ਸੰਜੋਗ ਕਰਦਾ ਹੈ ਜਾਂ ਸਭ ਦਾ ਸੰਜੋਗ ਕਰਦਾ ਹੈ? ਇਹਦਾ ਆਨਸਰ ਬੱਚਿਓ ਹਾਂਜੀ ਬਿਲਕੁਲ ਸਹੀ ਹੈ। ਉਹ ਸਭ ਦਾ ਸੰਜੋਗ, ਸਭ ਦੀ ਮਦਦ ਕਰਦਾ ਹੈ। ਬੱਚਿਓ ਇਸੇ ਤਰ੍ਹਾਂ ਤੁਸੀਂ ਸਭ ਦੀ ਮਦਦ ਕਰਨੀ ਹੈ, ਜਿਵੇਂ ਆਪਾਂ ਕਹਾਣੀ ਕਵਿਤਾ ਵਿੱਚ ਪੜ੍ਹਿਆ ਨੀਚੇ, ਅਤੇ ਤੁਸੀਂ ਮੈਨੂੰ ਆਪਣੇ ਟੀਚਰ ਸਾਹਿਬਾਨ ਨੂੰ ਆ ਕੇ ਦੱਸਣਾ ਕਿ ਤੁਸੀਂ ਕਿਵੇਂ ਕਿਸੇ ਦੀ ਕਿਵੇਂ ਮਦਦ ਕਰਦੇ ਹੋ। ਬੱਚੇ ਤੁਸੀਂ ਸਭ ਦੀ ਮਦਦ ਕਰਨੀ, ਸਭ ਦਾ ਸਹਿਯੋਗ ਕਿਸੇ ਨਾ ਕਿਸੇ ਰੂਪ ਵਿੱਚ ਦੇਣਾ। ਇਸੇ ਤਰ੍ਹਾਂ ਆਪਣਾ ਇਹ ਚੈਪਟਰ ਕੰਪਲੀਟ ਹੁੰਦਾ ਹੈ। ਮਿਲਦੇ ਹਾਂ ਆਪਾਂ ਨੈਕਸਟ ਚੈਪਟਰ ਵਿੱਚ। ਟੇਕ ਕੇਅਰ।